Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 183ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਅੱਜ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਬਹੁਤ ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ। ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸੱਜਣ, ਕੋਈ ਸਾਧ ਸੰਗਤ ਦੇ ਵਿੱਚੋਂ ਇਨਸਾਨ ਕਮੈਂਟ ਕਰਦਾ ਹੈ ਕਿ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਹਦੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ, ਉਹਨੂੰ ਆਪਣੇ ਆਪ ਦੀ ਸਮਝ ਪੈ ਰਹੀ ਹੈ, ਉਹਨੂੰ ਖੁਦ ਦਾ ਗਿਆਨ ਹੋ ਰਿਹਾ ਹੈ। ਇਹ ਗੱਲਾਂ ਜਦੋਂ ਤੁਹਾਡੇ ਵੱਲੋਂ ਸੁਣਨ ਨੂੰ ਮਿਲਦੀਆਂ ਨੇ ਤਾਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਜੋ ਕਾਰਜ ਅਸੀਂ ਜਿਸ ਮਕਸਦ ਨੂੰ ਲੈ ਕੇ ਸ਼ੁਰੂ ਕੀਤਾ ਸੀ ਉਹ ਮਕਸਦ ਪੂਰਾ ਹੋ ਰਿਹਾ ਹੈ। ਇਸੇ ਪ੍ਰਕਾਰ ਹੀ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੋ ਤੇ ਹੋਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਇਸ ਸੰਦੇਸ਼ ਤੋਂ ਬਾਅਦ ਹੁਣ ਆਪਾਂ 183ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ। ਜਦੋਂ ਸਾਨੂੰ ਸੱਚੇ ਗੁਰੂ ਦਾ ਦਰਸ਼ਨ ਹੋ ਜਾਂਦਾ ਹੈ ਤਾਂ ਸਾਡੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਜਦੋਂ ਅਸੀਂ ਸੱਚੇ ਗੁਰੂ ਨੂੰ ਮਿਲ ਪੈਂਦੇ ਹਾਂ, ਸਤਿਗੁਰ ਭੇਟਤ ਤੋਂ ਭਾਵ ਸੱਚੇ ਗੁਰੂ ਨੂੰ ਮਿਲਣਾ, ਤਾਂ ਸਾਡੀ ਹਉਮੈ ਵੀ ਮਰ ਜਾਂਦੀ ਹੈ। ਸਤਿਗੁਰ ਸੰਗ ਨਾਹੀ ਮਨ ਡੋਲੈ। ਜਦੋਂ ਸਤਿਗੁਰੂ ਨਾਲ ਹੋਵੇ ਤਾਂ ਮਨ ਡੋਲਦਾ ਨਹੀਂ। ਅੰਮ੍ਰਿਤ ਬਾਣੀ ਗੁਰਮੁਖ ਬੋਲੈ। ਗੁਰੂ ਦੇ ਲੜ ਲੱਗਿਆ ਹੋਇਆ ਗੁਰਮੁਖ ਆਪਣੇ ਮੁਖ ਦੇ ਵਿੱਚੋਂ ਅੰਮ੍ਰਿਤ ਰੂਪ ਬਾਣੀ ਬੋਲਦਾ ਰਹਿੰਦਾ ਹੈ। ਉਸ ਪਰਮਾਤਮਾ ਦਾ ਨਾਮ, ਉਸ ਪਰਮਾਤਮਾ ਦਾ ਗੁਣਗਾਨ ਹਰ ਵਕਤ ਉਸ ਗੁਰਮੁਖ ਦੇ ਮੁਖ ਤੇ ਰਹਿੰਦਾ ਹੈ। ਸਭ ਜਗ ਸਾਚਾ ਜਾਂ ਸੱਚ ਮਹਿ ਰਾਤੇ, ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਰਹਾਉ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਨਾਲ ਸਾਂਝ ਪਾ ਲਈ ਹੈ, ਗੁਰੂ ਦੇ ਨਾਲ ਸਾਂਝ ਪਾ ਕੇ ਉਸ ਪਰਮਾਤਮਾ ਨੂੰ ਹਾਸਲ ਕਰ ਲਿਆ ਹੈ। ਹਾਲਾਂਕਿ ਪਰਮਾਤਮਾ ਕੋਈ ਹਾਸਲ ਕਰਨ ਦੀ ਚੀਜ਼ ਨਹੀਂ ਬਲਕਿ ਮਹਿਸੂਸ ਕਰਨ ਦੀ ਹੈ। ਸੋ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਉਸ ਪਰਮਾਤਮਾ ਨੂੰ ਮਹਿਸੂਸ ਕਰ ਲਿਆ ਹੈ, ਉਹਨਾਂ ਦੇ ਹਿਰਦੇ ਸ਼ੀਤਲ, ਉਹਨਾਂ ਦੇ ਮਨ ਸ਼ਾਂਤ ਹੋ ਜਾਂਦੇ ਨੇ। ਉਹਨਾਂ ਦੇ ਹਿਰਦਿਆਂ ਦੇ ਵਿੱਚ ਸਦਾ ਠੰਡ ਵਰਤਦੀ ਹੈ। ਵੱਡੀ ਤੋਂ ਵੱਡੀ ਮੁਸੀਬਤ ਵੀ ਉਹਨਾਂ ਨੂੰ ਦੁਖੀ ਨਹੀਂ ਕਰ ਪਾਉਂਦੀ ਤੇ ਵੱਡੀ ਤੋਂ ਵੱਡੀ ਖੁਸ਼ੀ ਵੀ ਉਹਨਾਂ ਨੂੰ ਹਵਾ ਦੇ ਵਿੱਚ ਉੱਡਣ ਨਹੀਂ ਲਾਂਦੀ, ਭਾਵ ਕਿ ਉਹ ਆਪਦੇ ਮੁਕਾਮ ਤੇ ਸਥਿਰ ਰਹਿੰਦੇ ਨੇ। ਅਕਸਰ ਜੋ ਆਮ ਇਨਸਾਨ ਸਾਡੇ ਵਰਗੇ ਹੁੰਦੇ ਨੇ, ਖੁਸ਼ੀ ਦੇ ਮੌਕੇ ਅਸੀਂ ਹੰਕਾਰੀ ਹੋ ਜਾਂਦੇ ਹਾਂ ਤੇ ਦੁੱਖ ਦੇ ਮੌਕੇ ਅਸੀਂ ਵਿਆਕੁਲ ਹੋ ਜਾਂਦੇ ਹਾਂ। ਸੋ ਜੇਕਰ ਅਸੀਂ ਗੁਰੂ ਦੇ ਲੜ ਲੱਗ ਕੇ ਸਹੀ ਸਿੱਖਿਆਵਾਂ ਨੂੰ ਸਮਝ ਲਈਏ ਤਾਂ ਸਾਡਾ ਮਨ ਅਡੋਲ ਹੋ ਜਾਂਦਾ ਹੈ, ਸਥਿਰ ਹੋ ਜਾਂਦਾ ਹੈ। ਖੁਸ਼ੀ ਹੋਣ 'ਤੇ ਅਸੀਂ ਹੰਕਾਰਦੇ ਨਹੀਂ ਤੇ ਦੁੱਖ ਹੋਣ 'ਤੇ ਅਸੀਂ ਡਰਦੇ ਨਹੀਂ। ਸਭ ਜਗ ਸਾਚਾ ਜਾਂ ਸੱਚ ਮਹਿ ਰਾਤੇ, ਜਿਹੜੇ ਉਸ ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਰੰਗ ਜਾਂਦੇ ਨੇ, ਉਹਨਾਂ ਨੂੰ ਸਭ ਜਗ ਹੀ ਸਾਚਾ ਭਾਵ ਹਰ ਥਾਂ ਹੀ ਉਹ ਪਰਮਾਤਮਾ ਵਸਦਾ ਹੋਇਆ ਨਜ਼ਰ ਆਉਂਦਾ ਹੈ। ਸੰਤ ਪ੍ਰਸਾਦ ਜਪੈ ਹਰ ਨਾਉ, ਸੰਤ ਪ੍ਰਸਾਦ ਹਰ ਕੀਰਤਨ ਗਾਓ। ਸੰਤ ਪ੍ਰਸਾਦ ਸਗਲ ਦੁੱਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁਟੇ। ਸੰਤ ਪ੍ਰਸਾਦ ਤੋਂ ਭਾਵ ਸੰਤਾਂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਉਸ ਪਰਮਾਤਮਾ ਦਾ ਨਾਮ ਜਪ ਪਾਉਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਉਸ ਪਰਮਾਤਮਾ ਦਾ ਗੁਣਗਾਨ ਕਰ ਪਾਉਂਦਾ ਹੈ। ਜਦੋਂ ਗੁਰੂ ਦਇਆਵਾਨ ਹੁੰਦਾ ਹੈ, ਜਿਹੜੇ ਮਨੁੱਖ ਦੇ ਉੱਪਰ ਗੁਰੂ ਦਇਆਵਾਨ ਹੁੰਦਾ ਹੈ, ਉਹਦੇ ਸਗਲ ਦੁੱਖ ਮਿਟ ਜਾਂਦੇ ਨੇ, ਸਾਰੇ ਦੁੱਖਾਂ ਤਕਲੀਫਾਂ ਦਾ ਨਾਸ਼ ਹੋ ਜਾਂਦਾ ਹੈ। ਤੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ, ਉਹਨਾਂ ਦੇ ਮੋਹ ਮਾਇਆ ਦੇ ਬੰਧਨ ਛੁੱਟ ਜਾਂਦੇ ਨੇ। ਸੰਤ ਕਿਰਪਾ ਤੇ ਮਿਟੇ ਮੋਹ ਭਰਮ। ਸੰਤਾਂ ਦੀ ਕਿਰਪਾ ਦੇ ਨਾਲ ਮਾਇਆ ਮੋਹ ਦਾ ਜੋ ਭਰਮ ਹੈ ਸਾਡੇ ਮਨਾਂ ਦੇ ਵਿੱਚ,
ਉਹ ਦੂਰ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਸਾਧ ਰੇਣ ਮਜਨ ਸਭ ਧਰਮ। ਸਾਧ ਰੇਣ ਤੋਂ ਭਾਵ ਸਾਧਾਂ ਦੇ ਚਰਨਾਂ ਦੀ ਧੂੜ, ਮਜਨ ਤੋਂ ਭਾਵ ਇਸ਼ਨਾਨ। ਗੁਰੂ ਜੀ ਕਹਿੰਦੇ ਕਿ ਸਾਧਾਂ ਦੇ ਚਰਨਾਂ ਦੀ ਧੂੜ ਦਾ ਇਸ਼ਨਾਨ ਸਾਰੇ ਧਰਮਾਂ ਦਾ ਸਾਰ ਹੈ। ਸਮਾਂ ਪਾ ਕੇ ਸ਼ਾਇਦ ਇਹਨਾਂ ਸਿੱਖਿਆਵਾਂ ਦੇ ਕੁਝ ਹੋਰ ਮਤਲਬ ਨਿਕਲ ਗਏ। ਲੋਕਾਂ ਨੇ ਸਾਧਾਂ ਦੇ ਚਰਨਾਂ ਦੀ ਧੂੜ ਨੂੰ ਜਿਉਂ ਦੀ ਤਿਉਂ ਮੰਨ ਲਿਆ ਤੇ ਜਿੱਥੋਂ ਦੀ ਕੋਈ ਸਾਧ ਟੱਪਿਆ ਉਹਨਾਂ ਦੀਆਂ ਪੈੜਾਂ ਦੇ ਵਿੱਚੋਂ ਮਿੱਟੀ ਚੱਕ ਕੇ ਉਹਨੂੰ ਪੂਜਣ ਲੱਗ ਗਏ। ਅਜਿਹਾ ਹੁੰਦਾ ਹੈ, ਅੱਜ ਵੀ ਹੁੰਦਾ ਹੈ। ਅੱਜ ਵੀ ਲੋਕ ਅਜਿਹਾ ਕਰਦੇ ਨੇ ਕਿ ਜਿਨ੍ਹਾਂ ਮਹਾਂਪੁਰਖਾਂ ਨੂੰ ਜਾਂ ਜਿਨ੍ਹਾਂ ਇਨਸਾਨਾਂ ਨੂੰ ਉਹ ਮਹਾਂਪੁਰਖ ਸਮਝਦੇ ਨੇ, ਜਿੱਥੋਂ ਉਹ ਗੁਜ਼ਰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਉਹ ਚੱਕ ਲੈਂਦੇ ਨੇ, ਉਹਨੂੰ ਪਵਿੱਤਰ ਸਮਝਦੇ ਨੇ। ਫਿਰ ਉਹਦੇ ਨਾਲ ਸ਼ਾਇਦ ਇਸ਼ਨਾਨ ਵੀ ਕਰਦੇ ਹੋਣ। ਕਿਸ ਪ੍ਰਕਾਰ ਉਹਦਾ ਇਸਤੇਮਾਲ ਕਰਦੇ ਨੇ ਇਹ ਤੇ ਨਹੀਂ ਪਤਾ, ਪਰ ਹਾਂ ਇੰਨਾ ਜ਼ਰੂਰ ਪਤਾ ਹੈ ਕਿ ਲੋਕ ਉਹਨੂੰ ਚੁੱਕਦੇ ਜ਼ਰੂਰ ਨੇ। ਪਰ ਸਾਧਾਂ ਦੇ ਚਰਨਾਂ ਦੀ ਧੂੜ ਦਾ ਇਹ ਮਤਲਬ ਕਦੇ ਵੀ ਨਹੀਂ ਸੀ। ਸਾਧਾਂ ਦੇ ਚਰਨਾਂ ਦੀ ਧੂੜ, ਸਾਧ ਰੇਣ ਮਜਨ ਤੋਂ ਭਾਵ ਇਹ ਨਹੀਂ ਸੀ ਕਿ ਜਿੱਥੋਂ ਦੀ ਕੋਈ ਸਾਧੂ ਟੱਪ ਗਿਆ ਉਹ ਮਿੱਟੀ ਚੱਕ ਕੇ ਤੇ ਉਹਦੇ ਨਾਲ ਇਸ਼ਨਾਨ ਕਰ ਲਓ। ਇਹਦਾ ਮਤਲਬ ਇਹ ਸੀ ਕਿ ਜੋ ਸਿੱਖਿਆਵਾਂ ਉਸ ਇਨਸਾਨ ਨੇ ਦਿੱਤੀਆਂ, ਜੋ ਸਿੱਖਿਆਵਾਂ ਉਸ ਮਹਾਂਪੁਰਖ ਨੇ ਬਖਸ਼ੀਆਂ, ਉਹਨਾਂ ਨੂੰ ਗ੍ਰਹਿਣ ਕਰੋ। ਉਹਨਾਂ ਦੇ ਚਰਨਾਂ ਦੀ ਧੂੜ ਉਹਨਾਂ ਦੀਆਂ ਸਿੱਖਿਆਵਾਂ ਨੇ। ਉਹਨਾਂ ਸਿੱਖਿਆਵਾਂ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਓ। ਇਹੀ ਸਾਰੇ ਧਰਮਾਂ ਦਾ ਸਾਰ ਹੈ। ਅੱਗੇ ਚੱਲਦੇ ਹਾਂ। ਸਾਧ ਕਿਰਪਾਲ ਦਇਆਲ ਗੋਵਿੰਦ, ਸਾਧਾ ਮੈਂ ਇਹ ਹਮਰੀ ਜਿੰਦ। ਜਿਸ ਮਨੁੱਖ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਕਿਰਪਾਲ ਹੁੰਦਾ ਹੈ, ਉਹਦੇ ਤੇ ਗੋਵਿੰਦ ਭਾਵ ਪਰਮਾਤਮਾ ਵੀ ਦਇਆਲ ਹੋ ਜਾਂਦਾ ਹੈ। ਇਸੇ ਲਈ ਮੇਰੀ ਜੋ ਜਿੰਦ ਹੈ ਉਹ ਸਾਧਾਂ ਦੇ ਚਰਨਾਂ ਦੇ ਵਾਰਨੇ ਜਾਂਦੀ ਹੈ। ਮੈਂ ਆਪਣੇ ਆਪ ਨੂੰ, ਮੈਂ ਆਪਣੇ ਸਿਰ ਨੂੰ ਉਹਨਾਂ ਸਾਧਾਂ ਦੇ ਅੱਗੇ ਸਦਾ ਹੀ ਨਿਵਾਉਂਦਾ ਹਾਂ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾ ਬੈਠਣ ਪਾਵੋ। ਮੋਹਿ ਨਿਰਗਣ ਕੋ ਪ੍ਰਭ ਕੀਨੀ ਦਇਆ, ਸਾਧ ਸੰਗ ਨਾਨਕ ਨਾਮ ਲਿਆ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਖਜ਼ਾਨੇ ਰੂਪ ਪਰਮਾਤਮਾ ਨੂੰ ਧਿਆਇਆ ਜਾ ਸਕਦਾ ਹੈ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾ ਬੈਠਣ ਪਾਵੋ। ਜਦੋਂ ਗੁਰੂ ਕਿਰਪਾ ਕਰਦਾ ਹੈ, ਸਾਧ ਸੰਗਤ ਦੀ ਮਹੱਤਤਾ ਸਾਨੂੰ ਸਮਝ ਆ ਜਾਂਦੀ ਹੈ। ਜਦੋਂ ਗੁਰੂ ਦੀ ਸਿੱਖਿਆ ਨੂੰ ਸੁਣਦੇ ਹਾਂ, ਸਾਧ ਸੰਗਤ ਦੀ ਮਹੱਤਤਾ ਸਮਝ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਸਾਡਾ ਦਿਲ ਕਰਦਾ ਹੈ ਕਿ ਅਸੀਂ ਸਾਧ ਸੰਗਤ ਦੇ ਵਿੱਚ ਜੁੜੀਏ। ਗੁਰੂ ਦੀਆਂ ਸਿੱਖਿਆਵਾਂ ਤੋਂ ਬਿਨਾਂ ਸਾਧ ਸੰਗਤ ਦੇ ਵਿੱਚ ਬੈਠਣਾ ਔਖਾ ਹੋ ਜਾਂਦਾ ਹੈ। ਸਾਡਾ ਦਿਲ ਨਹੀਂ ਮੰਨਦਾ। ਤੇ ਜੇ ਅਸੀਂ ਕਿਤੇ ਨਾ ਕਿਤੇ ਮਨ ਮਾਰ ਕੇ ਸਾਧ ਸੰਗਤ ਦੇ ਵਿੱਚ ਬੈਠ ਵੀ ਜਾਂਦੇ ਹਾਂ, ਪੰਡਾਲ ਦੇ ਵਿੱਚ ਬੈਠ ਕੇ ਕੋਈ ਸਿੱਖਿਆਵਾਂ ਸੁਣ ਵੀ ਲੈਂਦੇ ਹਾਂ, ਤਾਂ ਵੀ ਸਾਡਾ ਮਨ ਕਿਤੇ ਹੋਰ ਹੁੰਦਾ ਹੈ। ਸਾਡਾ ਸਰੀਰ ਉਸ ਪੰਡਾਲ 'ਚ ਹੁੰਦਾ ਹੈ, ਪਰ ਮਨ ਦੁਨੀਆ ਦੇ ਚੱਕਰ ਕੱਟ ਰਿਹਾ ਹੁੰਦਾ ਹੈ। ਜਦ ਤੱਕ ਗੁਰੂ ਦੀਆਂ ਸਿੱਖਿਆਵਾਂ ਸਾਡੇ ਖਾਨੇ ਦੇ ਵਿੱਚ ਨਹੀਂ ਪੈਂਦੀਆਂ, ਜਦ ਤੱਕ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝਦੇ ਨਹੀਂ, ਉਦੋਂ ਤੱਕ ਸਾਧ ਸੰਗਤ ਦੇ ਵਿੱਚ ਬੈਠਣ ਦਾ ਜੋ ਸਬੱਬ ਹੈ ਉਹ ਅਸੀਂ ਹਾਸਲ ਨਹੀਂ ਕਰ ਪਾਉਂਦੇ। ਅਸਲੀਅਤ ਵਾਲਾ ਸਰੀਰਕ ਤੌਰ ਤੇ ਅਸੀਂ ਬੇਸ਼ੱਕ ਜਿੰਨੀਆਂ ਮਰਜ਼ੀ ਸਾਧ ਸੰਗਤ ਦੇ ਵਿੱਚ ਅਸੀਂ ਸੁਬਾਹ ਸ਼ਾਮ ਗੁਰੂ ਘਰ ਵੀ ਜਾਈਦਾ, ਉੱਥੇ ਵੀ ਸਾਧ ਸੰਗਤ ਹੈ, ਅਸੀਂ ਉੱਥੇ ਬੈਠਦੇ ਹਾਂ, ਪਰ ਅਸਲੀਅਤ ਦੇ ਵਿੱਚ ਕੀ ਅਸੀਂ ਪੂਰੀ ਤਰ੍ਹਾਂ ਨਾਲ ਉੱਥੇ ਮੌਜੂਦ ਹੁੰਦੇ ਹਾਂ ਜਾਂ ਨਹੀਂ? ਜੇਕਰ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਫੋਲੋ ਕਰਦੇ ਹਾਂ, ਉਹਨਾਂ ਨੂੰ ਮੰਨਦੇ ਹਾਂ, ਤਾਂ ਅਸੀਂ ਪੂਰੇ ਤਰੀਕੇ ਦੇ ਨਾਲ ਸੰਪੂਰਨ ਤੌਰ ਤੇ ਉਸ ਸਾਧ ਸੰਗਤ ਦੇ ਵਿੱਚ ਮੌਜੂਦ ਹੋਵਾਂਗੇ। ਨਹੀਂ ਤੇ ਫਿਰ ਸਾਡਾ ਸਰੀਰ ਹੀ ਉੱਥੇ ਹੁੰਦਾ ਹੈ। ਇਸੇ ਲਈ ਗੁਰੂ ਜੀ ਨੇ ਕਿਹਾ ਹੈ ਕਿ ਗੁਰੂ ਦੀ ਕਿਰਪਾ ਬਹੁਤ ਜ਼ਰੂਰੀ ਹੈ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾ ਬੈਠਣ ਪਾਵੋ। ਮੋਹਿ ਨਿਰਗੁਣ ਕੋ ਪ੍ਰਭ ਕੀਨੀ ਦਇਆ। ਕਹਿੰਦੇ ਮੇਰੇ ਨਿਰਗੁਣ ਦੇ ਉੱਪਰ ਪ੍ਰਮਾਤਮਾ ਨੇ ਦਇਆ ਕੀਤੀ ਹੈ। ਸਾਧ ਸੰਗ ਨਾਨਕ ਨਾਮ ਲਿਆ, ਤਾਂ ਨਾਨਕ ਸਾਧ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਧਿਆ ਸਕਿਆ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ। ਤਜ ਅਭਿਮਾਨ ਭਏ ਨਿਰਵੈਰ, ਆਠ ਪਹਿਰ ਪੂਜੋ ਗੁਰ ਪੈਰ। ਹੇ ਭਾਈ, ਅੱਠੇ ਪਹਿਰ ਹਰ ਵੇਲੇ ਗੁਰੂ ਦੇ ਪੈਰ ਪੂਜੋ। ਇੱਥੇ ਫਿਰ ਤੋਂ
ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਗੁਰੂ ਦੇ ਪੈਰ ਪੂਜਣ ਤੋਂ ਭਾਵ ਇਹ ਨਹੀਂ ਹੈ ਕਿ ਗੁਰੂ ਦੇ ਸਿਰਹਾਣੇ ਬੈਠ ਕੇ ਜਾਂ ਉਹਦੇ ਚਰਨਾਂ ਦੇ ਕੋਲ ਬੈਠ ਕੇ ਅਸੀਂ ਧੂਪ ਬੱਤੀਆਂ ਕਰੀ ਜਾਈਏ। ਇਹ ਤੋਂ ਭਾਵ ਹੈ ਕਿ ਗੁਰੂ ਦੀ ਸੇਵਾ ਕਰੋ, ਜਿਸ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਹਾਂ। ਤੇ ਸਭ ਤੋਂ ਵੱਡੀ ਗੱਲ, ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨੋ, ਉਹਨਾਂ ਤੇ ਅਮਲ ਕਰੋ। ਜਿਹੜਾ ਮਨੁੱਖ ਅਜਿਹਾ ਕਰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹ ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਭਗਵੰਤ, ਉਸ ਭਗਵਾਨ ਪਰਮਾਤਮਾ ਦਾ ਨਾਮ ਜਪਦਾ ਹੈ। ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ। ਤੇ ਜੋ ਸੱਚਾ ਗੁਰੂ ਹੈ ਉਹ ਵੀ ਗੁਰੂ ਮੰਤਰ ਦੇ ਰੂਪ ਦੇ ਵਿੱਚ ਮਨੁੱਖ ਨੂੰ ਸਿਰਫ ਉਸ ਪਰਮਾਤਮਾ ਦਾ ਨਾਮ ਬਖਸ਼ਦਾ ਹੈ। ਉਹ ਕੋਈ ਹੋਰ ਪ੍ਰਕਾਰ ਦਾ ਮੰਤਰ ਨਹੀਂ ਦਿੰਦਾ ਕਿ ਇਹ ਮੰਤਰ ਪੜ੍ਹੋਗੇ ਤੇ ਤੁਹਾਡਾ ਇਹ ਕੰਮ ਹੋ ਜਾਏਗਾ, ਇਹ ਵਾਲਾ ਪੜ੍ਹੋਗੇ ਤੇ ਤੁਹਾਡਾ ਇਹ ਕੰਮ ਹੋ ਜਾਏਗਾ। ਜੋ ਸੱਚਾ ਗੁਰੂ ਹੈ ਉਹ ਸਿਰਫ ਇੱਕ ਹੀ ਮੰਤਰ ਦਿੰਦਾ ਹੈ ਤੇ ਉਹ ਹੈ ਉਸ ਪਰਮਾਤਮਾ ਦਾ ਨਾਮ। ਤੇ ਜਿਨਨੇ ਉਹ ਮੰਤਰ ਗ੍ਰਹਿਣ ਕਰ ਲਿਆ, ਉਹਦਾ ਅਹੰਕਾਰ ਵੀ ਦੂਰ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਤਜ ਅਭਿਮਾਨ ਹੰਕਾਰ ਦੂਰ ਹੋ ਜਾਂਦਾ ਹੈ ਤੇ ਹੰਕਾਰ ਨੂੰ ਛੱਡ ਕੇ ਭਏ ਨਿਰਵੈਰ ਉਹ ਨਿਰਵੈਰ ਹੋ ਜਾਂਦਾ ਹੈ। ਕਿਸੇ ਦੇ ਨਾਲ ਵੀ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਵੈਰ ਨਹੀਂ ਰਹਿੰਦਾ। ਅਬ ਮਤ ਬਿਨਸੀ ਦੁਸ਼ਟ ਬਿਗਾਨੀ, ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ। ਕਹਿੰਦੇ ਜਦੋਂ ਤੋਂ ਮੈਂ ਉਸ ਪਰਮਾਤਮਾ ਦਾ ਜਸ, ਉਸ ਪਰਮਾਤਮਾ ਦੀ ਵਡਿਆਈ, ਸਿਫਤ ਸਲਾਹ ਆਪਣੇ ਕੰਨਾਂ ਦੇ ਨਾਲ ਸੁਣੀ ਹੈ, ਤਦੋਂ ਤੋਂ ਮੇਰੀ ਭੈੜੀ ਤੇ ਬੇਸਮਝੀ ਵਾਲੀ ਮੱਤ ਦੂਰ ਹੋ ਗਈ ਹੈ। ਇਹ ਚੀਜ਼ ਮੈਂ ਖੁਦ ਵੀ ਮਹਿਸੂਸ ਕੀਤੀ ਹੈ ਤੇ ਤੁਹਾਡੇ ਕਮੈਂਟ ਦਰਸਾਉਂਦੇ ਨੇ ਕਿ ਜਿਵੇਂ ਜਿਵੇਂ ਤੁਸੀਂ ਗੁਰੂ ਦੀ ਬਾਣੀ ਸੁਣ ਰਹੇ ਹੋ, ਸਮਝ ਰਹੇ ਹੋ, ਤੁਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਪਏ ਹੋ ਕਿ ਅਬ ਮਤ ਬਿਨਸੀ ਦੁਸ਼ਟ ਬਿਗਾਨੀ। ਸਹਿਜ ਸੂਖ ਆਨੰਦ ਨਿਧਾਨ, ਰਾਖਨ ਹਾਰ ਰੱਖ ਲੈ ਨਿਦਾਨ। ਉਹ ਪਰਮਾਤਮਾ ਜਿਹੜਾ ਸਹਿਜ ਸੁੱਖ ਅਤੇ ਆਨੰਦ ਦਾ ਖਜ਼ਾਨਾ ਹੈ, ਜਿਹੜਾ ਰੱਖਣਹਾਰ ਹੈ, ਉਹ ਸਾਨੂੰ ਨਿਦਾਨਾਂ ਨੂੰ ਰੱਖ ਲੈਂਦਾ ਹੈ, ਬਖਸ਼ ਲੈਂਦਾ ਹੈ, ਬਚਾ ਲੈਂਦਾ ਹੈ। ਦੁੱਖ ਦਰਦ ਬਿਨਸੇ ਭੈ ਭਰਮ, ਆਵਨ ਜਾਨ ਰੱਖੇ ਕਰ ਕਰਮ। ਜਦੋਂ ਅਸੀਂ ਉਸ ਪਰਮਾਤਮਾ ਦਾ ਜਸ ਸੁਣਦੇ ਹਾਂ, ਸਾਡੇ ਦੁੱਖ ਦਰਦ, ਡਰ ਅਤੇ ਭਰਮ ਸਾਰੇ ਬਿਨਸ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਸਾਡਾ ਜਨਮ ਮਰਨ ਦਾ ਜੋ ਗੇੜ ਹੈ ਉਹ ਕੱਟਿਆ ਜਾਂਦਾ ਹੈ। ਪੇਖੈ ਬੋਲੈ ਸੁਣੈ ਸਭ ਆਪ। ਉਹ ਪਰਮਾਤਮਾ ਵੇਖਦਾ ਵੀ ਆਪ ਹੈ, ਬੋਲਦਾ ਵੀ ਆਪ ਹੈ, ਸੁਣਦਾ ਵੀ ਆਪ ਹੈ। ਸਦਾ ਸੰਗ ਤਾ ਕਉ ਮਨ ਜਾਪ। ਜਿਹੜਾ ਸੁਣਦਾ ਵੀ ਆਪ ਹੈ, ਬੋਲਦਾ ਵੀ ਆਪ ਹੈ, ਵੇਖਦਾ ਵੀ ਆਪ ਹੈ, ਜਿਹੜਾ ਸਦਾ ਤੇਰੇ ਸੰਗ ਹੈ, ਆਪਣੇ ਮਨ ਦੇ ਵਿੱਚ ਉਹਦਾ ਜਾਪ ਕਰ, ਉਹਨੂੰ ਧਿਆ। ਸੰਤ ਪ੍ਰਸਾਦ ਭਇਓ ਪ੍ਰਗਾਸ, ਪੂਰ ਰਹੇ ਏਕੈ ਗੁਣਤਾਸ। ਜਿਨ੍ਹਾਂ ਮਨੁੱਖਾਂ ਦੇ ਮਨਾਂ ਦੇ ਅੰਦਰ ਸੰਤਾਂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਚਾਨਣ ਹੋ ਜਾਂਦਾ ਹੈ। ਸੰਤ ਪ੍ਰਸਾਦ ਭਇਓ ਪ੍ਰਗਾਸ, ਪ੍ਰਗਾਸ ਤੋਂ ਭਾਵ ਚਾਨਣ। ਪੂਰ ਰਹੇ ਏਕੈ ਗੁਣਤਾਸ, ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਇੱਕ ਪਰਮਾਤਮਾ ਹਰ ਥਾਂ ਵਿਆਪਕ ਦਿਸਦਾ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਉਸ ਪਰਮਾਤਮਾ ਨੂੰ ਮਹਿਸੂਸ ਨਾ ਕਰ ਸਕਣ। ਕਹਿਤ ਪਵਿੱਤਰ ਸੁਣਤ ਪੁਨੀਤ, ਗੁਣ ਗੋਬਿੰਦ ਗਾਵੈ ਨਿਤ ਨੀਤ। ਜਿਹੜਾ ਮਨੁੱਖ ਉਸ ਪਰਮਾਤਮਾ ਦੇ ਗੁਣ ਹਰ ਰੋਜ਼ ਗਾਉਂਦਾ ਹੈ ਤੇ ਉਹ ਗਾਉਣ ਵਾਲਾ ਵੀ ਤੇ ਸੁਣਨ ਵਾਲਾ ਵੀ, ਕਹਿਤ ਤੇ ਸੁਣਤ ਦੋਨੋਂ ਹੀ ਪਵਿੱਤਰ ਹੋ ਜਾਂਦੇ ਨੇ। ਕਹੋ ਨਾਨਕ ਜਾ ਕੋ ਹੋ ਕਿਰਪਾਲ, ਤਿਸ ਜਨ ਕੀ ਸਭ ਪੂਰਨ ਘਾਲ। ਹੈ ਨਾਨਕ ਇਹ ਆਖ ਕਿ ਜਿਹੜੇ ਮਨੁੱਖ ਦੇ ਉੱਪਰ ਉਹ ਪਰਮਾਤਮਾ ਕਿਰਪਾਲ ਹੋ ਜਾਂਦਾ ਹੈ, ਦਇਆਵਾਨ ਹੋ ਜਾਂਦਾ ਹੈ, ਉਹਦੀ ਸਾਰੀ ਹੀ ਮਿਹਨਤ ਸਫਲ ਹੋ ਜਾਂਦੀ ਹੈ। ਅਗਲੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਗੁਰੂ ਦੀ ਹੀ ਪਰਿਭਾਸ਼ਾ ਦਿੱਤੀ ਹੈ ਕਿ ਅਸਲ ਦੇ ਵਿੱਚ ਗੁਰੂ ਕੌਣ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਬੰਧਨ ਤੋੜ ਬੁਲਾਵੈ RAM, ਮਨ ਮਹਿ ਲਾਗੈ ਸੱਚ ਧਿਆਨ। ਮਿਟੈ ਕਲੇਸ਼ ਸੁਖੀ ਹੋਏ ਰਹੀਐ, ਐਸਾ ਦਾਤਾ ਸਤਿਗੁਰ ਕਹੀਐ। ਕਹਿੰਦੇ ਜਿਹੜਾ ਮਾਇਆ ਦੇ ਬੰਧਨ ਕੱਟ ਕੇ ਸਾਡੇ ਤੋਂ ਪਰਮਾਤਮਾ ਦਾ ਸਿਮਰਨ ਕਰਾਵੇ, ਸਾਡਾ ਧਿਆਨ ਉਸ ਸੱਚੇ ਦੇ ਵਿੱਚ ਮਿਲਾਵੇ,
ਮਨ ਮਹਿ ਲਾਗੈ ਸੱਚ ਧਿਆਨ। ਜਿਹੜਾ ਗੁਰੂ ਸਾਨੂੰ ਇਸ ਗੱਲ ਦੇ ਲਈ, ਜਾਂ ਜਿਹੜਾ ਇਨਸਾਨ ਸਾਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰੇ ਕਿ ਅਸੀਂ ਉਸ ਸੱਚੇ ਦੇ ਵਿੱਚ ਧਿਆਨ ਲਾਈਏ, ਜਿਹਦੀ ਸ਼ਰਨ ਪਿਆਂ ਸਾਡੇ ਕਲੇਸ਼ ਮਿਟ ਜਾਣ, ਸਾਡਾ ਜੀਵਨ ਸੁਖਮਈ ਹੋ ਜਾਏ। ਕਲੇਸ਼ ਮਿਟ ਜਾਣ ਤੋਂ ਵੀ ਭਾਵ ਇਹ ਨਹੀਂ ਹੈ ਕਿ ਸਾਡੇ ਦੂਜੇ ਇਨਸਾਨਾਂ ਦੇ ਨਾਲ ਆਰਗੂਮੈਂਟ ਹੋਣੇ ਹੀ ਬੰਦ ਹੋ ਜਾਣ, ਜਾਂ ਘਰੇਲੂ ਜਿਵੇਂ ਸਾਡੇ ਕਲੇਸ਼ ਚੱਲਦੇ ਰਹਿੰਦੇ ਹਨ ਕਿ ਉਹ ਖਤਮ ਹੋ ਜਾਣ। ਅੰਤ ਨੂੰ ਉਹ ਵੀ ਖਤਮ ਹੋ ਜਾਣਗੇ ਜਦੋਂ ਤੁਸੀਂ ਆਪਣੇ ਮਨ ਨੂੰ ਸਥਿਰ ਕਰ ਲਿਆ। ਬਟ ਫਿਲਹਾਲ ਦੇ ਲਈ ਸਾਡੇ ਮਾਨਸਿਕ ਕਲੇਸ਼ਾਂ ਦੀ ਗੱਲ ਹੋ ਰਹੀ ਹੈ, ਜੋ ਸਾਡਾ ਮਨ ਆਪਸ ਦੇ ਵਿੱਚ ਹੀ ਕਲੇਸ਼ ਕਰਦਾ ਰਹਿੰਦਾ ਹੈ ਸਾਡੇ ਨਾਲ। ਸਾਡੇ ਮਨ ਦੇ ਅੰਦਰ ਹੀ ਬਥੇਰੇ ਕਲੇਸ਼ ਚੱਲਦੇ ਰਹਿੰਦੇ ਨੇ ਤੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਸੋ ਜਿਹੜਾ ਇਨਸਾਨ ਸਾਡੇ ਉਹਨਾਂ ਕਲੇਸ਼ਾਂ ਨੂੰ ਮਿਟਾ ਸਕੇ, ਸਾਡੇ ਮਨ ਨੂੰ ਸੁੱਖ ਦੀ ਅਵਸਥਾ ਦੇ ਵਿੱਚ ਲਿਜਾ ਸਕੇ, ਐਸਾ ਦਾਤਾ ਸਤਿਗੁਰ ਕਹੀਐ। ਅਜਿਹੇ ਬਖਸ਼ਿਸ਼ਾਂ ਦੇਣ ਵਾਲੇ ਇਨਸਾਨ ਨੂੰ ਸਤਿਗੁਰੂ ਕਿਹਾ ਜਾਂਦਾ ਹੈ। ਆਓ ਫਿਰ ਤੋਂ ਜਾਣਦੇ ਹਾਂ ਕਿ ਗੁਰੂ ਉਹ ਹੈ ਜਿਹੜਾ ਸਾਡੇ ਮਾਇਆ ਦੇ ਬੰਧਨ ਤੋੜ ਕੇ ਸਾਡੇ ਤੋਂ ਉਸ ਪਰਮਾਤਮਾ ਦਾ ਸਿਮਰਨ ਕਰਾਵੇ, ਸਾਡਾ ਧਿਆਨ ਉਸ ਇੱਕ ਪਰਮਾਤਮਾ ਦੇ ਵਿੱਚ ਲਵਾਵੇ, ਸਾਡੇ ਮਨ ਦੇ ਕਲੇਸ਼ ਮਿਟਾਵੇ। ਉਹ ਗੁਰੂ ਹੈ। ਸੋ ਸੁਖ ਦਾਤਾ ਜੇ ਨਾਮ ਜਪਾਵੈ, ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਓ। ਉਹ ਸਤਿਗੁਰੂ ਆਤਮਿਕ ਆਨੰਦ ਦੀ ਦਾਤ ਬਖਸ਼ਣ ਵਾਲਾ ਹੈ, ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਉਂਦਾ ਹੈ, ਕਿਉਂਕਿ ਉਹ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ। ਜਿਸ ਹੋਏ ਦਇਆਲ ਤਿਸ ਆਪ ਮਿਲਾਵੈ, ਸਰਬ ਨਿਧਾਨ ਗੁਰੂ ਤੇ ਪਾਵੈ। ਜਿਹੜੇ ਮਨੁੱਖ ਦੇ ਉੱਪਰ ਉਹ ਪਰਮਾਤਮਾ ਖੁਦ ਦਇਆਵਾਨ ਹੁੰਦਾ ਹੈ, ਕਿਰਪਾਲ ਹੁੰਦਾ ਹੈ, ਉਸ ਮਨੁੱਖ ਨੂੰ ਉਹ ਗੁਰੂ ਆਪੇ ਹੀ ਮਿਲਾ ਦਿੰਦਾ ਹੈ ਤੇ ਗੁਰੂ ਦੇ ਪਾਸੋਂ ਸਾਨੂੰ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਨੇ। ਆਪ ਤਿਆਗ ਮਿਟੈ ਆਵਨ ਜਾਣਾ, ਸਾਧਕੈ ਸੰਗ ਪਾਰ ਬ੍ਰਹਮ ਪਛਾਣਾ। ਤੇ ਜਦੋਂ ਸਾਨੂੰ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਅਸੀਂ ਆਪਣਾ ਆਪ ਤਿਆਗ ਦਿੰਦੇ ਹਾਂ, ਅਸੀਂ ਆਪਣਾ ਹੰਕਾਰ ਮਾਰ ਦਿੰਦੇ ਹਾਂ, ਸਾਡਾ ਆਉਣ ਜਾਣ ਦਾ ਗੇੜ ਖਤਮ ਹੋ ਜਾਂਦਾ ਹੈ। ਗੁਰੂ ਦੇ ਸੰਗ ਲੱਗ ਕੇ, ਗੁਰੂ ਦੇ ਲੜ ਲੱਗ ਕੇ ਅਸੀਂ ਪਰਮਾਤਮਾ ਨੂੰ ਪਛਾਣ ਲੈਂਦੇ ਹਾਂ। ਜਨ ਉਪਰ ਪ੍ਰਭ ਭਏ ਦਇਆਲ, ਜਨ ਕੀ ਟੇਕ ਏਕ ਗੋਪਾਲ। ਜਿਹੜੇ ਸੇਵਕ ਦੇ ਉੱਪਰ ਉਹ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਦੀ ਟੇਕ ਉਸ ਇੱਕ ਪਰਮਾਤਮਾ ਦੇ ਵਿੱਚ ਲੱਗ ਜਾਂਦੀ ਹੈ। ਉਹਦੇ ਲਈ ਉਹ ਪਰਮਾਤਮਾ ਉਹਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਏਕਾ ਲਿਵ ਏਕੋ ਮਨ ਭਾਓ, ਸਰਬ ਨਿਧਾਨ ਜਨ ਕੈ ਹਰਿ ਨਾਉ। ਉਹਦੀ ਇੱਕੇ ਦੇ ਵਿੱਚ ਹੀ ਲਿਵ ਲੱਗਦੀ ਹੈ, ਉਹ ਇੱਕ ਪਰਮਾਤਮਾ ਹੀ ਉਹਦੇ ਮਨ ਦੇ ਵਿੱਚ ਭਾਉਂਦਾ ਹੈ। ਸਾਰੇ ਖਜ਼ਾਨੇ ਉਹਦੇ ਲਈ ਉਸ ਪਰਮਾਤਮਾ ਦਾ ਨਾਮ ਹੀ ਬਣ ਜਾਂਦਾ ਹੈ। ਪਾਰ ਬ੍ਰਹਮ ਸਿਉ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ। ਗੁਰ ਪੂਰੈ ਮੇਟਿਆ ਅੰਧਿਆਰਾ, ਨਾਨਕ ਕਾ ਪ੍ਰਭ ਅਪਰ ਅਪਾਰਾ। ਜਿਹੜੇ ਮਨੁੱਖ ਦੇ ਮਨ ਦੇ ਵਿੱਚੋਂ ਗੁਰੂ ਨੇ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ, ਉਹਦੀ ਪ੍ਰੀਤ ਉਸ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ। ਫਿਰ ਉਹਦੀ ਕਰਨੀ ਨਿਰਮਲ ਹੋ ਜਾਂਦੀ ਹੈ, ਉਹਦਾ ਜੀਵਨ ਜੋ ਹੈ ਪਵਿੱਤਰ ਹੋ ਜਾਂਦਾ ਹੈ। ਉਹਦੀ ਜੀਵਨ ਦੀ ਮਰਿਆਦਾ ਜੋ ਹੈ, ਜੀਵਨ ਜਾਚ ਜੋ ਹੈ, ਉਹਦੇ ਜੀਵਨ ਜਿਉਣ ਦਾ ਢੰਗ ਜੋ ਹੈ ਉਹ ਸੱਚਾ ਹੋ ਜਾਂਦਾ ਹੈ, ਅਡੋਲ ਹੋ ਜਾਂਦਾ ਹੈ। ਤੇ ਆਖਰੀ ਪੰਕਤੀ ਕਿ ਨਾਨਕ ਕਾ ਪ੍ਰਭ ਅਪਰ ਅਪਾਰਾ, ਕਿ ਨਾਨਕ ਦਾ ਜੋ ਪਰਮਾਤਮਾ ਹੈ ਉਹ ਪਰੇ ਤੋਂ ਪਰੇ ਹੈ, ਬੇਅੰਤ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 183ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਗੁਰੂ ਦੀ ਪਰਿਭਾਸ਼ਾ ਸਿੱਖੀ ਕਿ ਅਸਲ ਦੇ ਵਿੱਚ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ। ਇਸ ਸਵਾਲ ਦਾ ਸਾਨੂੰ ਉੱਤਰ ਮਿਲਿਆ ਤੇ ਗੁਰੂ ਕੀ ਕਰਨ ਯੋਗ ਹੈ, ਇਹਦੇ ਬਾਰੇ ਸਾਨੂੰ ਚਾਨਣਾ ਹੋਇਆ। ਕਿਸ ਪ੍ਰਕਾਰ ਗੁਰੂ ਸਾਡੇ ਮਨ ਦੇ ਕਲੇਸ਼ ਮਿਟਾ ਸਕਦਾ ਹੈ, ਕਿਸ ਪ੍ਰਕਾਰ ਗੁਰੂ ਸਾਨੂੰ ਪ੍ਰੇਰਿਤ ਕਰ ਸਕਦਾ ਹੈ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੀਏ। ਇੱਕ ਹੋਰ ਜ਼ਰੂਰੀ ਗੱਲ ਕਿ ਜੋ ਸੱਚਾ ਗੁਰੂ ਹੈ ਉਹ ਤੁਹਾਨੂੰ ਮੰਤਰ ਦੇ ਰੂਪ ਦੇ ਵਿੱਚ ਸਿਰਫ ਉਸ ਪਰਮਾਤਮਾ ਦਾ ਨਾਮ ਬਖਸ਼ੇਗਾ, ਉਹਦਾ ਨਾਮ ਜਪਣ ਦੇ ਲਈ ਕਹੇਗਾ। ਫਿਰ ਅਸੀਂ ਸੰਤਾਂ ਦੇ ਚਰਨਾਂ ਦੀ ਧੂੜ ਦੇ ਬਾਰੇ ਵੀ ਸਿੱਖਿਆ ਕਿ ਉਹ ਕੋਈ ਫਿਜ਼ੀਕਲ ਤੌਰ 'ਤੇ, ਸਰੀਰਕ ਤੌਰ 'ਤੇ ਕਹਿ ਲਈਏ ਮਿੱਟੀ ਨਹੀਂ ਹੁੰਦੀ,
ਸੰਤਾਂ ਦੇ ਚਰਨਾਂ ਦੀ ਧੂੜ ਉਹਨਾਂ ਦੀਆਂ ਸਿੱਖਿਆਵਾਂ ਹੁੰਦੀਆਂ ਨੇ। ਤਾਂ ਇਹ ਸਾਡਾ ਇੱਕ ਭਰਮ ਦੂਰ ਹੋਇਆ। ਤੇ ਭਰਮਾਂ ਦੀ ਵੀ ਗੱਲ ਗੁਰੂ ਜੀ ਨੇ ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਕੀਤੀ ਹੈ ਕਿ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਤੇ ਭਰਮ ਦੂਰ ਹੁੰਦੇ ਨੇ। ਤੇ ਇਸੇ ਅੰਗ ਦੀ ਬਾਣੀ ਦੇ ਵਿੱਚੋਂ ਹੀ ਸਾਨੂੰ ਉਦਾਹਰਣ ਮਿਲ ਗਈ ਕਿ ਕਿਸ ਪ੍ਰਕਾਰ ਸਾਡਾ ਇੱਕ ਭਰਮ ਦੂਰ ਹੋ ਗਿਆ। ਸੋ ਉਮੀਦ ਹੈ ਕਿ ਇਸੇ ਪ੍ਰਕਾਰ ਹੀ ਤੁਸੀਂ ਬਾਕੀ ਦੀਆਂ ਸਿੱਖਿਆਵਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੋਗੇ ਤੇ ਆਪੋ ਆਪਣੀਆਂ ਜ਼ਿੰਦਗੀਆਂ ਨੂੰ ਸਫਲ ਬਣਾਓਗੇ। ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਹੀ ਜੁੜੇ ਰਹੋ। ਅੱਗੇ ਲੋਕਾਂ ਦੇ ਤੱਕ ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹ ਲੋਕ ਵੀ ਆਪਣੇ ਭਰਮ ਦੂਰ ਕਰ ਸਕਣ ਤੇ ਗੁਰੂ ਦੀ ਬਾਣੀ ਨੂੰ ਸਮਝ ਸਕਣ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।